कंटिन्यू करते हैं जी। कंसिडर द फॉलोइंग स्टेटमेंट्स। देखते हैं। द फर्स्ट सैशन ऑफ द इंडियन नैशनल कांग्रेस वाज हेल्ड इन कैलकाटा। नहीं जी, ये बॉम्बे होया सी। पहली स्टेटमेंट होगी गलत। ਆਪਾਂ ਕਰੈਕਟ ਚੱਕਣੀ ਆ ਜੀ। ਇਹਦਾ ਮਤਲਬ ਏ ਵਾਲੀ ਚੱਕ ਦੋ। ਗਲਤ ਆ ਜੀ ਇਹ। ਆਪਾਂ ਕਰੈਕਟ ਆਨਸਰ ਲੱਭਣਾ। ਦ ਸੈਕੰਡ ਸੈਸ਼ਨ ਆਫ ਦ ਇੰਡੀਅਨ ਨੈਸ਼ਨਲ ਕਾਂਗਰਸ was held under the presidency of दादाभाई नारोजी। दूसरा सैशन कांग्रेस का ਉਹਦੇ ਪ੍ਰੈਜ਼ੀਡੈਂਟ ਸੀ ਦਾਦਾ ਭਾਈ ਨਾਰੋਜੀ। ਇਹ ਗੱਲ ਸਹੀ ਆ, ਪਰ ਜੇ ਤੁਹਾਨੂੰ ਨਹੀਂ ਵੀ ਪਤਾ 2 ਮਿੰਟ ਲਈ ਛੱਡ ਦਿਓ। both Indian National Congress and Muslim League held their sessions at Lucknow in 1916 and concluded the Lucknow Pact। ਇਹਨਾਂ ਨੇ 1916 ਵਿੱਚ ਲਖਨਊ ਵਿਖੇ ਜੁਆਇੰਟ ਸੈਸ਼ਨ ਕੀਤਾ ਤੇ ਆਪਸ ਵਿੱਚ ਇੱਕ ਪੈਕਟ ਸਾਈਨ ਕੀਤਾ ਜਿਹਨੂੰ ਕਹਿੰਦੇ ਸੀ ਲਖਨਊ ਪੈਕਟ। ਲਖਨਊ ਪੈਕਟ ਵਿੱਚ ਨਾ ਆਪਣੇ ਗਰਮ ਦਲੀਏ ਤੇ ਨਰਮ ਦਲੀਏ ਵੀ ਇਕੱਠੇ ਆ ਗਏ ਸੀ ਕਾਂਗਰਸ ਦੇ, ਤੇ ਮੁਸਲਿਮ ਲੀਗ ਵੀ ਇਕੱਠੇ ਆ ਗਈ ਸੀ। ਇਹਨੂੰ ਕਹਿੰਦੇ ਸੀ ਲਖਨਊ ਪੈਕਟ। ਤੀਸਰਾ ਸਹੀ ਹੈ ਜੀ। ਹੁਣ ਜਾਂ ਤਾਂ ਆਨਸਰ ਹੈਗਾ ਸੀ ਤੇ ਜਾਂ ਹੈਗਾ ਡੀ। ਦੂਸਰਾ ਵੀ ਸਹੀ ਹੈ। ਦੂਸਰਾ ਵੀ ਸਹੀ ਹੈ। ਦੂਸਰੇ ਸੈਸ਼ਨ ਦੇ ਪ੍ਰੈਜ਼ੀਡੈਂਟ ਕੌਣ ਸੀ? ਦਾਦਾ ਭਾਈ ਨਰੋਜੀ। ਆਨਸਰ ਹੈ ਜੀ ਸੀ। ਵਿਚ ਵਨ ਆਫ ਦਾ ਫੋਲੋਇੰਗ ਸਟੇਟਮੈਂਟਸ ਇਜ਼ ਕਰੈਕਟ। ਸਹੀ ਲੱਭਣੀ ਆਪਾਂ। The Constituent Assembly of India was elected by the Provincial Assemblies in the year 1946। ਇਹ ਗੱਲ ਤਾਂ ਸਹੀ ਹੈ ਜੀ। ਪ੍ਰੋਵਿੰਸ਼ੀਅਲ ਅਸੈਂਬਲੀਆਂ ਨੇ ਇਹਨਾਂ ਨੂੰ ਇਲੈਕਟ ਕੀਤਾ। ਕੀ 1946 ਵਿੱਚ ਇਲੈਕਟ ਹੋਈ ਸੀ? ਗੱਲ ਇਹ ਵੀ ਸਹੀ ਆ, ਪਰ ਤੁਸੀਂ ਕੁਝ ਟਾਈਮ ਲਈ ਨਾ ਇਹਨੂੰ ਥੋੜਾ ਸ਼ੱਕ ਵਿੱਚ ਰੱਖੋ। ਅੱਗੇ ਪੜ੍ਹਦੇ ਹਾਂ। ਜਵਾਹਰ ਲਾਲ ਨਹਿਰੂ, M.A. ਜਿੰਨਾ ਐਂਡ ਸਰਦਾਰ ਵੱਲਭ ਭਾਈ ਪਟੇਲ were members of the Constituent Assembly of India। ਇਹ ਭਾਰਤ ਦੀ ਸੰਵਿਧਾਨ ਸਭਾ ਦੇ ਮੈਂਬਰ ਸਨ। ਦੇਖੋ, ਮੁਹੰਮਦ ਅਲੀ ਜਿੰਨਾ ਤੇ ਮਹਾਤਮਾ ਗਾਂਧੀ ਕੌਂਸਟੀਟਿਊਟ ਅਸੈਂਬਲੀ ਦੇ ਮੈਂਬਰ ਨਹੀਂ ਸਨ। ਅਸੀਂ ਇਹ ਲਾਈਨ ਪੜ੍ਹੀ ਕਿ ਸਾਡੀ ਕੌਂਸਟੀਟਿਊਟ ਅਸੈਂਬਲੀ ਵਿੱਚ ਉਸ ਸਮੇਂ ਦੇ ਸਾਰੇ ਮਸ਼ਹੂਰ ਬੰਦੇ ਸਨ ਸਿਵਾਏ ਇਹਨਾਂ ਦੋਵਾਂ ਤੋਂ, ਮੁਹੰਮਦ ਅਲੀ ਜਿੰਨਾ ਤੇ ਮਹਾਤਮਾ ਗਾਂਧੀ। ਇਹ ਵੀ ਗਲਤ ਹੋ ਗਿਆ ਜੀ। The first session of the Constituent Assembly of India was held in January 1947। ਦੇਖੋ, ਤੁਹਾਨੂੰ ਪਤਾ ਕਿ 26 ਨਵੰਬਰ 1949 ਨੂੰ ਸਾਡਾ ਸੰਵਿਧਾਨ ਬਣ ਗਿਆ ਸੀ। ਸੰਵਿਧਾਨ ਬਣਨ ਨੂੰ 2 ਸਾਲ 11 ਮਹੀਨੇ ਤੇ 18 ਦਿਨ ਲੱਗੇ ਸੀ, ਲਗਭਗ 3 ਸਾਲ। ਤੇ ਜੇ ਤੁਸੀਂ 26 ਨਵੰਬਰ 1949 ਵਿੱਚੋਂ ਇੰਨਾ ਸਮਾਂ ਕੱਢੋਗੇ ਤਾਂ ਉਹ ਜਨਵਰੀ 1947 ਨਹੀਂ ਬਣਦਾ, ਉਹ ਦਸੰਬਰ ਦੇ ਕਰੀਬ ਬਣਦਾ। ਵੈਸੇ ਵੀ ਇਹ ਡੇਟ ਗਲਤ ਆ ਜੀ। ਠੀਕ ਹੈ, ਇਹ ਡੇਟ ਗਲਤ ਆ। The Constitution of India was adopted on 26 January 1950। ਭਾਰਤ ਦਾ ਸੰਵਿਧਾਨ 26 ਜਨਵਰੀ 1950 ਨੂੰ ਅਡਾਪਟ ਕੀਤਾ ਗਿਆ। ਨਹੀਂ ਜੀ, ਇਸ ਦਿਨ ਲਾਗੂ ਹੋਇਆ ਸੀ। ਅਡਾਪਟ ਕਰ ਲਿਆ ਸੀ ਜੀ 26 ਨਵੰਬਰ 1949 ਨੂੰ। ਇਹ ਵੀ ਗਲਤ ਹੋ ਗਈ ਗੱਲ। ਇਹ ਸਹੀ ਹੈ ਜੀ। ਇਲੈਕਟ ਹੋਈ ਸੀ ਸਾਡੀ ਸੰਵਿਧਾਨ ਸਭਾ 1946 ਵਿੱਚ। The first session of the Constituent Assembly of India was held on December 9, 1946। ਦਸੰਬਰ 'ਚ 1946 ਵਿੱਚ ਹੋਈ ਸੀ। The Montagu Chelmsford report was formed the basis of। ਦੱਸੋ ਜੀ, ਇਹ ਜਿਹੜੀ ਰਿਫਾਰਮਸ ਕਹਿ ਲਓ, ਰਿਪੋਰਟ ਕਹਿ ਲਓ, ਇਹ ਕਿਹੜੇ ਐਕਟ ਦਾ ਬੇਸਿਸ ਸੀ? ਸਿੰਪਲੀ ਮੌਂਟਾਗੂ ਚੈਮਸਫੋਰਡ ਐਕਟ 1919 ਵਾਲਾ। ਇਹ ਕੋਈ ਔਖਾ ਪ੍ਰਸ਼ਨ ਨਹੀਂ ਸੀ, ਇਹ ਪਹਿਲਾਂ ਵੀ ਆ ਚੁੱਕਾ ਆ। ਇਸ ਰਿਪੋਰਟ ਵਿੱਚ ਮੌਂਟਾਗੂ ਚੈਮਸਫੋਰਡ ਐਕਟ ਬਾਅਦ 'ਚ ਬਣਿਆ ਜੀ, ਜਿਹਨੂੰ ਗਵਰਨਮੈਂਟ ਆਫ ਇੰਡੀਆ ਐਕਟ 1919 ਵੀ ਕਹਿੰਦੇ ਆ, ਮੌਂਟਫੋਰਡ ਐਕਟ ਵੀ ਕਹਿੰਦੇ ਆ। ਠੀਕ, ਮੌਂਟਫੋਰਡ ਰਿਪੋਰਟ ਵੀ ਇਹਨੂੰ ਕਹਿੰਦੇ ਆ ਜੀ, ਰਿਪੋਰਟ ਨੂੰ। ਠੀਕ, ਤੁਸੀਂ ਦੇਖੋ ਕਿ ਪੁਰਾਣੇ ਪ੍ਰਸ਼ਨ ਬਹੁਤ ਰਿਪੀਟ ਹੋ ਰਹੇ ਆ ਵੀ ਪ੍ਰਸ਼ਨ ਰਿਪੀਟ ਹੋਇਆ ਜੀ। ਡਿਊਰਿੰਗ ਦਾ ਇੰਡੀਅਨ ਫਰੀਡਮ ਸਟਰਗਲ ਹੂ ਅਮੰਗ ਦਾ ਫੋਲੋਇੰਗ ਪ੍ਰਪੋਜ਼ਡ ਦੈਟ। ਕਿਹਨੇ ਇਹ ਗੱਲ ਪ੍ਰਪੋਜ਼ ਕੀਤੀ ਸੀ ਕਿ ਸਵਰਾਜ ਸ਼ੁੱਡ ਬੀ ਡਿਫਾਈਨਡ ਐਜ਼ ਕੰਪਲੀਟ ਇੰਡੀਪੈਂਡੈਂਸ ਫਰੀ ਫਰੋਮ ਆਲ ਫੋਰਨ ਕੰਟਰੋਲ। ਕਿ ਸਵਰਾਜ ਦਾ ਮਤਲਬ ਹੋਣਾ ਚਾਹੀਦਾ ਪੂਰਨ ਆਜ਼ਾਦੀ, ਫਰੀ ਫਰੋਮ ਆਲ ਫੋਰਨ ਕੰਟਰੋਲ, ਵਿਦੇਸ਼ੀਆਂ ਦਾ ਕੋਈ ਵੀ ਕੰਟਰੋਲ ਨਹੀਂ ਹੋਣਾ ਚਾਹੀਦਾ। ਕੰਪਲੀਟ ਇੰਡੀਪੈਂਡੈਂਸ ਦੀ ਗੱਲ ਕਿਹਨੇ ਕੀਤੀ ਸੀ ਜੀ? ਮੌਲਾਨਾ ਹਸਰਤ ਮੋਹਾਨੀ ਨੇ। The name of the famous person of India who returned the knighthood
conferred on him by the British government as a token of protest against the atrocities in Punjab in 1919। ਪੰਜਾਬ ਵਿੱਚ 1919 ਦੇ ਜਲਿਆਂਵਾਲਾ ਕਾਂਡ ਦੇ ਵਿਰੋਧ ਵਿੱਚ ਉਹ ਕਿਹੜਾ ਫੇਮਸ ਬੰਦਾ ਸੀ ਜਿਹਨੇ ਆਪਣਾ ਨਾਈਟਹੁੱਡ ਦਾ ਖਿਤਾਬ ਅੰਗਰੇਜ਼ਾਂ ਨੂੰ ਵਾਪਸ ਕਰ ਦਿੱਤਾ ਸੀ? ਤੇਜ ਬਹਾਦਰ ਸਪਰੂ, ਆਸ਼ੂਤੋਸ਼ ਮੁਖਰਜੀ, ਰਵਿੰਦਰਨਾਥ ਟੈਗੋਰ ਜਾਂ ਸੈਯਦ ਅਹਿਮਦ ਖਾਨ? ਇਹ ਸੀ ਜੀ ਰਵਿੰਦਰਨਾਥ ਟੈਗੋਰ। ਟੈਗੋਰ ਨੇ ਆਪਣਾ ਨਾਈਟਹੁੱਡ ਦਾ ਖਿਤਾਬ ਵਾਪਸ ਕਰਤਾ ਸੀ। ਕਦੋਂ? ਜਲਿਆਂਵਾਲੇ ਕਾਂਡ ਤੋਂ ਬਾਅਦ। ਕੰਸੀਡਰ ਦਾ ਫੋਲੋਇੰਗ ਇਵੈਂਟਸ, ਘਟਨਾਵਾਂ ਦੀ ਗੱਲ ਹੋ ਰਹੀ ਹੈ। ਡਿਊਰਿੰਗ ਇੰਡੀਆਜ਼ ਫਰੀडम ਸਟਰਗਲ, ਆਹ 4 ਘਟਨਾਵਾਂ, ਇਹਨਾਂ ਦਾ ਅਸੀਂ ਕਰੈਕਟ ਕ੍ਰੋਨੋਲੋਜੀਕਲ ਆਰਡਰ ਦੇਖਣਾ ਜੀ, ਪਹਿਲਾਂ ਕਿਹੜੀ ਹੋਈ ਫਿਰ ਕਿਹੜੀ ਹੋਈ। ਚੌਰੀ ਚੌਰਾ ਘਟਨਾ ਇਹ ਹੋਈ ਸੀ ਜੀ 1922 ਵਿੱਚ, ਠੀਕ ਹੈ ਜੀ, ਜਦੋਂ ਮਹਾਤਮਾ ਗਾਂਧੀ ਨੇ ਨਾਨ ਕੋਆਪਰੇਸ਼ਨ ਮੂਵਮੈਂਟ ਵਾਪਸ ਲੈ ਲਿਆ ਸੀ। ਮਿੰਟੋ ਮੋਰਲੇ ਰਿਫਾਰਮਸ ਕਦੋਂ ਜੀ? 1909 ਦੀ ਗੱਲ ਆ ਜੀ ਇਹ, ਠੀਕ। ਡਾਂਡੀ ਮਾਰਚ ਜਦੋਂ ਲੂਣ ਦਾ ਕਾਨੂੰਨ ਤੋੜਿਆ ਸੀ, ਇਹ 1930 ਦੀ ਗੱਲ ਹੋ ਗਈ ਜੀ। ਮੌਂਟਾਗੂ ਕੈਲਮਸਫੋਰਡ ਰਿਫਾਰਮ ਅਸੀਂ ਹੁਣੀ ਪੜ੍ਹਿਆ, ਇਹ 1918 ਦੀ ਗੱਲ ਹੋ ਗਈ ਜੀ। ਹੁਣ ਦੇਖ ਲਓ ਜੀ ਪਹਿਲਾ ਕਿਹੜਾ ਆਉਂਦਾ, ਦੂਜਾ, ਚੌਥਾ, ਪਹਿਲਾ, ਤੀਜਾ। ਦੂਜਾ, ਚੌਥਾ, ਪਹਿਲਾ, ਤੀਜਾ, B ਆਂਸਰ ਹੈ ਜੀ। ਆਹ ਦੇਖੋ ਜੀ, ਆ ਲਿਖਿਆ, ਸਾਰੇ ਪੜ੍ਹ ਲੈਣੇ ਤੁਸੀਂ। Where were the Ghadar revolutionaries who became active during the outbreak of the World War I based? ਜਿਹੜਾ ਗਦਰ ਰੈਵੋਲੂਸ਼ਨਰੀ ਸੀ ਉਹਨਾਂ ਦਾ ਕੇਂਦਰ ਕਿੱਥੇ ਸੀ ਜੀ? ਕੇਂਦਰ ਵਾਲਾ ਸਥਾਨ ਜਿੱਥੋਂ ਉਹਨਾਂ ਨੇ ਆਪਣਾ ਆਫਿਸ ਵਗੈਰਾ ਸੈਟਅਪ ਕੀਤਾ ਉਹ ਕਿੱਥੇ ਸੀ? ਸਾਨੂੰ ਇੰਨਾ ਪਤਾ ਕਿ ਅਮਰੀਕਾ ਵਿੱਚ ਸੀ, ਅਮਰੀਕਾ ਦੇ ਨਾਰਥ ਅਮਰੀਕਾ ਵਿੱਚ ਸੀ ਜੀ, ਸੈਨ ਫਰਾਂਸਿਸਕੋ ਵਿੱਚ। ਇਹ ਵੀ ਪ੍ਰਸ਼ਨ ਰਿਪੀਟ ਆ, ਪਹਿਲਾਂ ਸੈਨ ਫਰਾਂਸਿਸਕੋ ਪੁੱਛਿਆ ਗਿਆ ਸੀ ਸ਼ਹਿਰ ਦਾ ਨਾਂ, ਹੁਣ ਏਰੀਏ ਦਾ ਨਾਂ ਪੁੱਛ ਲਿਆ। ਅਮਰੀਕਾ ਦਾ ਕਿਹੜਾ ਏਰੀਆ, ਸੈਂਟਰਲ, ਨਾਰਥ, ਵੈਸਟ ਜਾਂ ਸਾਊਥ? ਇਹ ਸੀ ਜੀ ਨਾਰਥ ਅਮਰੀਕਾ। ਕੰਸੀਡਰ ਦਾ ਫੋਲੋਇੰਗ ਸਟੇਟਮੈਂਟਸ। ਔਨ ਦਾ ਈਵ ਆਫ ਲਾਂਚ ਆਫ ਕੁਇਟ ਇੰਡੀਆ ਮੂਵਮੈਂਟ, ਜਦੋਂ ਭਾਰਤ ਛੋੜੋ ਅੰਦੋਲਨ ਲਾਂਚ ਕੀਤਾ ਗਿਆ, ਮਹਾਤਮਾ ਗਾਂਧੀ ਬਾਰੇ ਗੱਲ ਹੈ ਜੀ, ਉਹਨੇ ਕੀ ਕਿਹਾ ਜਨਤਾ ਨੂੰ? ਕਰੈਕਟ ਆਪਾਂ ਸਟੇਟਮੈਂਟ ਲੱਭਣੀ ਹੈ ਜੀ। ਉਹਨਾਂ ਨੇ ਕਿਹਾ, ਆਸਕ ਦਾ ਗਵਰਨਮੈਂਟ ਸਰਵੈਂਟਸ ਟੂ ਰਿਜ਼ਾਈਨ, ਜਿਹੜੇ ਸਰਕਾਰੀ ਕਰਮਚਾਰੀ ਸੀ ਉਹਨਾਂ ਨੂੰ ਕਿਹਾ ਕਿ ਤੁਸੀਂ ਰਿਜ਼ਾਈਨ ਕਰ ਦਿਓ। ਨਹੀਂ, ਉਹਨਾਂ ਨੇ ਇਸ ਤਰ੍ਹਾਂ ਦੇ ਐਕਸਟ੍ਰੀਮ ਸਟੈਪ ਚੁੱਕਣ ਲਈ ਨਹੀਂ ਕਿਹਾ ਸੀ। ਉਹਨਾਂ ਨੇ ਕਿਹਾ ਸੀ ਕਿ ਤੁਸੀਂ ਜੇ ਨੌਕਰੀ ਕਰਦੇ ਆ ਤਾਂ ਨੌਕਰੀ ਕਰੋ, ਪਰ ਤੁਸੀਂ ਦਿਲੋਂ ਭਾਰਤੀਆਂ ਨਾਲ ਜੁੜ ਕੇ ਰਹਿਣਾ ਆ, ਆਪਣੇ ਹੀ ਹਮਵਤਨਾਂ ਦੇ ਖਿਲਾਫ ਕੰਮ ਨਹੀਂ ਕਰਨਾ। ਆਸਕ ਦਾ ਸੋਲਜਰਸ ਟੂ ਲੀਵ ਦੇਅਰ ਪੋਸਟ, ਨਹੀਂ, ਸੈਨਿਕਾਂ ਨੂੰ ਇਹ ਨਹੀਂ ਸੀ ਕਿਹਾ ਕਿ ਤੁਸੀਂ ਆਪਣੀ ਜੋ ਨੌਕਰੀ ਵਗੈਰਾ ਛੱਡ ਦਿਓ, ਪੋਸਟ ਛੱਡ ਦਿਓ, ਨਹੀਂ। ਇੰਨਾ ਜ਼ਰੂਰ ਕਿਹਾ ਸੀ ਕਿ ਤੁਸੀਂ ਆਪਣੇ ਹੀ ਹਮਵਤਨਾਂ ਦੇ ਖਿਲਾਫ ਗੋਲੀ ਨਹੀਂ ਚਲਾਉਣੀ। ਆਸਕ ਦਾ ਪ੍ਰਿੰਸਸ ਆਫ ਪ੍ਰਿੰਸਲੀ ਸਟੇਟਸ ਟੂ ਅਸੈਪਟ ਦਾ ਸੋਵਰਨਟੀ ਆਫ ਦੇਅਰ ਓਨ ਪੀਪਲ, ਜਿਹੜੇ ਰਿਆਸਤਾਂ ਸੀ ਉਹਨਾਂ ਦੇ ਰਜਵਾੜਿਆਂ ਨੂੰ, ਪ੍ਰਿੰਸਲੀ ਸਟੇਟਸ ਦੇ ਪ੍ਰਿੰਸਸ ਨੂੰ ਕਿਹਾ ਕਿ ਤੁਸੀਂ ਆਪਣੇ ਦੇਸ਼ ਦੇ ਲੋਕਾਂ ਦੀ ਪ੍ਰਭੂ ਸੱਤਾ ਨੂੰ ਮੰਨਣਾ ਆ, ਜੋ ਤੁਹਾਡੇ ਦੇਸ਼ ਦੇ ਲੋਕ ਚਾਹੁੰਦੇ ਆ ਉਹ ਕੰਮ ਕਰਨੇ ਆ, ਨਾ ਕਿ ਜੋ ਤੁਹਾਨੂੰ ਬ੍ਰਿਟਿਸ਼ ਕਹਿਣ। ਕਿਹੜੀ ਸਟੇਟਮੈਂਟ ਸਹੀ ਹੋ ਗਈ ਜੀ? ਪਹਿਲੀਆਂ ਦੋ ਤਾਂ ਚੱਕ ਦਿਓ ਜੀ, ਆਹ ਵੀ ਚੱਕ ਦਿਓ, ਆਹ ਵੀ ਚੱਕ ਦਿਓ, ਆਹ ਵੀ ਚੱਕ ਦਿਓ, ਆਪਣੇ ਆਪ ਆਂਸਰ ਸੀ ਆ ਗਿਆ ਜੀ। ਤੀਸਰਾ ਆਂਸਰ ਹੈ ਜੀ ਸਹੀ, 3 ਓਨਲੀ। ਗਾਂਧੀ ਜੀ ਨੇ ਸਰਕਾਰੀ ਨੌਕਰਾਂ ਨੂੰ ਅਸਤੀਫਾ ਨਾ ਦੇਣ ਪਰ ਕਾਂਗਰਸ ਪ੍ਰਤੀ ਆਪਣੀ ਵਫਾਦਾਰੀ ਦਾ ਐਲਾਨ ਕਰਨ ਲਈ ਕਿਹਾ। ਉਹਨਾਂ ਨੇ ਸਿਪਾਹੀਆਂ ਨੂੰ ਆਪਣੀਆਂ ਪੋਸਟਾਂ ਨਾ ਛੱਡਣ ਲਈ ਕਿਹਾ, ਪਰ ਇਹ ਵੀ ਕਿਹਾ ਕਿ ਤੁਸੀਂ ਗੋਲੀਬਾਰੀ ਨਹੀਂ ਕਰਨੀ, ਠੀਕ। In which one of the following provinces was a Congress ministry not formed under the Act of 1935? 1935 ਦੇ ਐਕਟ ਤੋਂ ਬਾਅਦ ਜਦੋਂ 37 ਵਿੱਚ ਇਲੈਕਸ਼ਨ ਹੋਏ ਤਾਂ ਕਿਹੜੀ ਪ੍ਰੋਵਿੰਸ ਵਿੱਚ ਕਾਂਗਰਸ ਦੀ ਮਿਨਿਸਟਰੀ ਨਹੀਂ ਬਣੀ? ਬਿਹਾਰ, ਮਦਰਾਸ, ਉੜੀਸਾ। ਹੁਣ ਸਾਨੂੰ ਇੰਨਾ ਸ਼ਾਇਦ ਨਾ ਯਾਦ ਰਵੇ, ਪਰ ਸਾਨੂੰ ਇੰਨਾ ਪਤਾ ਹੈ ਕਿ ਪੰਜਾਬ ਵਿੱਚ ਯੂਨੀਅਨਿਸਟ ਪਾਰਟੀ ਜ਼ਿਆਦਾ ਸਟਰੋਂਗ ਸੀ, ਤਾਂ ਪੰਜਾਬ ਵਿੱਚ ਯੂਨੀਅਨਿਸਟ ਪਾਰਟੀ ਦੀ ਸਰਕਾਰ ਬਣੀ ਸੀ, ਨਾ ਕਿ ਕਾਂਗਰਸ ਦੀ। ਆਂਸਰ ਹੈ ਜੀ ਡੀ। ਐਟ ਵਿਚ ਕਾਂਗਰਸ ਸੈਸ਼ਨ was the working committee authorized to launch a program of civil disobedience? Civil ਨਾਫਰਮਾਨੀ, civil disobedience program launch ਕੀਤਾ ਗਿਆ ਤੇ ਉਹ ਕਾਂਗਰਸ ਦਾ ਕਿਹੜਾ ਸੈਸ਼ਨ ਸੀ ਜੀ? ਯਾਦ ਕਰੋ। ਇਹ ਗੱਲ ਵਾਰ-ਵਾਰ ਆਉਂਦੀ ਹੈ ਜੀ ਕਿ ਲਾਹੌਰ ਸੈਸ਼ਨ ਵਿੱਚ 1929 ਦੇ ਲਾਹੌਰ ਸੈਸ਼ਨ ਵਿੱਚ
ਆ ਦਸੰਬਰ ਵਿੱਚ ਜਦੋਂ ਇਹਨਾਂ ਦਾ ਸੈਸ਼ਨ ਹੋਇਆ ਤਾਂ ਰਾਵੀ ਦਰਿਆ ਦੇ ਕੰਢੇ ਇਹਨਾਂ ਨੇ ਕਿਹਾ ਸੀ ਕਿ ਆਪਾਂ 26 ਜਨਵਰੀ 1930 ਮਤਲਬ ਅਗਲੇ ਸਾਲ ਅਗਲੇ ਮਹੀਨੇ 26 ਜਨਵਰੀ 1930 ਨੂੰ ਪੂਰਨ ਸਵਰਾਜ ਦਿਵਸ ਮਨਾਵਾਂਗੇ। ਠੀਕ, ਤੇ ਇਦਾਂ ਦੀਆਂ ਗੱਲਾਂ ਹੋਈਆਂ ਸੀ। ਤਾਂ ਇਹ ਵੀ ਕਿਹਾ ਕਿ ਜੇ ਸਰਕਾਰ ਸਾਡੀ ਮੰਗਾਂ ਨਾ ਮੰਨੇ ਤਾਂ ਫਿਰ ਅਸੀਂ ਸਿਵਲ ਡਿਸਓਬੀਡੀਐਂਸ ਮੂਵਮੈਂਟ ਵੀ ਚਲਾਵਾਂਗੇ। ਇਸ ਤਰ੍ਹਾਂ ਦੀਆਂ ਗੱਲਾਂ ਹੋਈਆਂ ਸੀ। ਆਨਸਰ ਹੈ ਜੀ ਲਾਹੌਰ ਸੈਸ਼ਨ ਵਿੱਚ 1929 ਨੂੰ ਕਿਹਾ ਗਿਆ ਸੀ ਜੀ। ਇਸ ਦੇ ਪ੍ਰੈਜ਼ੀਡੈਂਟ ਕੌਣ ਸੀ ਜੀ? ਨਹਿਰੂ। ਇਸ ਵਿੱਚ ਕਾਰਜਕਾਰੀ ਕਮੇਟੀ ਵਰਕਿੰਗ ਕਮੇਟੀ ਨੂੰ ਸਿਵਲ ਨਾਫਰਮਾਨੀ ਦਾ ਪ੍ਰੋਗਰਾਮ ਸ਼ੁਰੂ ਕਰਨ ਦਾ ਅਧਿਕਾਰ ਦਿੱਤਾ ਗਿਆ ਸੀ। ਠੀਕ ਹੈ। In October 1920, who headed a group of Indians gathered at Tashkent to set up a Communist Party of India? ਦੱਸੋ ਜੀ। ਕੁਛ ਇੰਡੀਅਨਸ ਦਾ ਗਰੁੱਪ ਮਿਲਿਆ ਜੀ ਤਾਸ਼ਕੰਦ ਵਿੱਚ ਤੇ ਉਹਨਾਂ ਨੇ ਕਮਿਊਨਿਸਟ ਪਾਰਟੀ ਆਫ ਇੰਡੀਆ ਦਾ ਨਿਰਮਾਣ ਕੀਤਾ ਸੀ 1920 ਵਿੱਚ। ਇਹਨਾਂ ਦਾ ਹੈੱਡ ਕੌਣ ਸੀ ਜੀ ਗਰੁੱਪ ਦਾ? ਇਹਨਾਂ ਦੇ ਹੈੱਡ ਸੀ ਜੀ M.N. Roy। Who drafted the resolution on fundamental rights for the Karachi session of Congress in 1930? ਕਰਾਚੀ ਸੈਸ਼ਨ ਕਾਂਗਰਸ ਦਾ ਹੋਇਆ ਸੀ 1931 ਵਿੱਚ। ਇਹਨਾਂ ਦੇ ਪ੍ਰਧਾਨ ਸੀ ਕੌਣ ਸੀ ਜੀ? ਸਰਦਾਰ ਪਟੇਲ ਪ੍ਰਧਾਨ ਸੀ। ਤਾਂ ਇਸ ਮੀਟਿੰਗ ਵਿੱਚ ਇਸ ਸੈਸ਼ਨ ਵਿੱਚ ਫੰਡਾਮੈਂਟਲ ਰਾਈਟ ਦੇ ਉੱਤੇ ਕਿਹਨਾਂ ਨੇ ਰੈਜ਼ੋਲੂਸ਼ਨ ਡਰਾਫਟ ਕੀਤਾ ਸੀ? ਉਹ ਸੀ ਜੀ ਜਵਾਹਰ ਲਾਲ ਨਹਿਰੂ। ਨਹਿਰੂ ਨੇ ਮੌਲਿਕ ਅਧਿਕਾਰਾਂ ਬਾਰੇ ਮਤੇ ਦਾ ਖਰੜਾ ਤਿਆਰ ਕੀਤਾ ਸੀ। ਖਰੜਾ ਮੀਨ ਡਰਾਫਟ। ਕਰਾਚੀ ਸੈਸ਼ਨ ਦੀ ਪ੍ਰਧਾਨਗੀ ਸਰਦਾਰ ਵੱਲਭ ਭਾਈ ਪਟੇਲ ਨੇ ਕੀਤੀ ਸੀ। ਠੀਕ ਹੈ ਜੀ। Who among the following was not associated with the formation of UP ਕਿਸਾਨ ਸਭਾ in February 1918? UP ਕਿਸਾਨ ਸਭਾ ਬਣੀ ਸੀ, ਉਹਨਾਂ ਵਿੱਚ ਉਹਨਾਂ ਨਾਲ ਕਿਹੜਾ ਬੰਦਾ ਐਸੋਸੀਏਟ ਨਹੀਂ ਸੀ ਜੀ? ਨੋਟ। ਇੰਦਰ ਨਾਰਾਇਣ द्विवेदी, ਗੌਰੀ ਸ਼ੰਕਰ ਮਿਸ਼ਰ, ਜਵਾਹਰ ਲਾਲ ਨਹਿਰੂ, ਮਦਨ ਮੋਹਨ ਮਾਲਵੀਆ। ਇਹ ਪ੍ਰਸ਼ਨ ਥੋੜਾ ਟਫ ਆ, ਤੁਸੀਂ ਕਨਫਿਊਜ਼ ਹੋ ਜਾਣਾ। ਆਨਸਰ ਹੈ ਜੀ ਜਵਾਹਰ ਲਾਲ ਨਹਿਰੂ ਨਹੀਂ ਸੀ ਐਸੋਸੀਏਟਡ। ਬਾਕੀ ਤਿੰਨੇ ਐਸੋਸੀਏਟਡ ਸੀ UP ਕਿਸਾਨ ਸਭਾ ਨਾਲ। UP ਕਿਸਾਨ ਸਭਾ ਦੀ ਸਥਾਪਨਾ ਇੰਦਰ ਨਾਰਾਇਣ द्विवेदी ਅਤੇ ਗੌਰੀ ਸ਼ੰਕਰ ਮਿਸ਼ਰ ਇਹਨਾਂ ਦੁਆਰਾ 1918 ਵਿੱਚ ਕੀਤੀ ਗਈ ਸੀ। ਮਦਨ ਮੋਹਨ ਮਾਲਵੀਆ ਨੇ ਉਹਨਾਂ ਦੇ ਯਤਨਾਂ ਦਾ ਸਮਰਥਨ ਕੀਤਾ ਸੀ। Which of the following pairs are correctly matched? ਦੇਖੋ ਜੀ ਕਿਹੜੇ ਕਿਹੜੇ ਕਰੈਕਟਲੀ ਮੈਚਡ ਆ। ਕੁਛ ਮੂਵਮੈਂਟਾਂ ਸੱਤਿਆਗ੍ਰਹਿ ਵਗੈਰਾ ਦੱਸੇ ਆ ਜੀ, ਤੇ ਇਹਨਾਂ ਨਾਲ ਐਸੋਸੀਏਟਡ ਪਰਸਨ ਬਾਰੇ ਦੱਸਿਆ। ਚੰਪਾਰਨ ਸੱਤਿਆਗ੍ਰਹਿ ਵਿੱਚ ਡਾਕਟਰ ਰਾਜਿੰਦਰ ਪ੍ਰਸਾਦ ਐਕਟਿਵਲੀ ਇਨਵੋਲਵ ਸੀਗੇ, ਐਸੋਸੀਏਟਡ ਸੀ। ਯੈਸ, ਪਹਿਲਾ ਸਹੀ ਹੈ ਜੀ, ਪਹਿਲਾ ਸਹੀ ਆ। ਆ ਚੱਕ ਲਓ। ਅਹਿਮਦਾਬਾਦ ਮਿਲ ਵਰਕਰਸ ਮੁਰਾਰਜੀ ਦੇਸਾਈ। ਖੇਡਾ ਸੱਤਿਆਗ੍ਰਹਿ ਕਿਸਾਨਾਂ ਦਾ ਸੱਤਿਆਗ੍ਰਹਿ ਸੀ ਗੁਜਰਾਤ ਵਿੱਚ, ਇੱਥੇ ਵੱਲਭ ਭਾਈ ਪਟੇਲ ਐਸੋਸੀਏਟਡ ਸੀ। ਸਹੀ ਹੈ ਜੀ, ਤੀਸਰਾ ਵੀ ਸਹੀ ਹੈ। ਪਹਿਲਾ ਤੇ ਤੀਜਾ ਸਹੀ ਹੈ ਜੀ। ਆਨਸਰ ਜਾਂ ਤਾਂ ਸੀ ਆ ਤੇ ਜਾਂ ਡੀ ਆ। ਦੂਸਰੇ ਤੇ ਗੁੰਡੀ ਫਸ ਗਈ। ਹੁਣ ਨਾ ਕਈਆਂ ਨੇ ਤਿੰਨੇ ਸਹੀ ਦਿੱਤੇ ਆ, ਪਰ ਜ਼ਿਆਦਾਤਰ ਅਹਿਮਦਾਬਾਦ ਮਿਲਸ ਵਰਕਰਸ ਵਿੱਚ ਮੁਰਾਰਜੀ ਦੇਸਾਈ ਦੀ ਗੱਲ ਨੂੰ ਅਸਵੀਕਾਰ ਕੀਤਾ ਗਿਆ। ਆਨਸਰ ਸੀ ਤੇ ਡੀ ਵਿੱਚੋਂ ਇੱਕ ਹੈ ਜੀ। ਜ਼ਿਆਦਾਤਰ ਨੇ ਸੀ ਆਨਸਰ ਕਿਹਾ ਜੀ। ਬਾਕੀ ਤੁਸੀਂ ਵੀ ਸਰਚ ਕਰਨੀ ਥੋੜੀ। ਕੰਸੀਡਰ ਦਾ ਫੋਲੋਇੰਗ ਸਟੇਟਮੈਂਟ। ਕੁਝ ਸਟੇਟਮੈਂਟਾਂ ਦਿੱਤੀਆਂ ਦੀ ਆਪਾਂ ਦੇਖਣਾ ਕਿ ਇਹਨਾਂ ਵਿੱਚੋਂ ਸਹੀ ਕਿਹੜੀਆਂ ਕਿਹੜੀਆਂ ਸਹੀ ਆ। ਲਾਰਡ ਮਾਊਂਟਬੈਟਨ ਵਾਸ ਦਾ ਵਾਇਸਰਾਏ ਵੈਨ ਦਾ ਸ਼ਿਮਲਾ ਕਾਨਫਰੰਸ ਟੁੱਕ ਪਲੇਸ। ਦੱਸੋ ਜੀ, ਸ਼ਿਮਲਾ ਕਾਨਫਰੰਸ ਜਦੋਂ ਹੋਈ ਉਸ ਵੇਲੇ ਵਾਇਸਰਾਏ ਲਾਰਡ ਮਾਊਂਟਬੈਟਨ ਨੇ ਸੀਗਾ? ਨਹੀਂ, ਲਾਰਡ ਬੇਵਲ ਸੀ ਜੀ। ਪਹਿਲੀ ਸਟੇਟਮੈਂਟ ਗਲਤ ਹੋ ਗਈ। ਇੰਡੀਅਨ ਨੇਵੀ ਰਿਵੋਲਟ 1946 ਵਾਲਾ took place when the Indian sailors in the Royal Indian Navy at Bombay and Karachi rose against the government. Royal Indian Navy ਬੰਬੇ ਤੇ ਕਰਾਚੀ ਵਾਲੀ ਉਹ ਸਰਕਾਰ ਦੇ ਖਿਲਾਫ ਹੋ ਗਈ ਸੀ। ਉਸ ਵੇਲੇ ਇੰਡੀਅਨ ਨੇਵੀ ਰਿਵੋਲਟ ਹੋਇਆ 1946 ਵਾਲਾ। ਸਹੀ ਹੈ ਜੀ ਇਹ। ਦੂਸਰਾ ਸਹੀ ਹੈ, ਪਹਿਲਾ ਨਹੀਂ ਸਹੀ। ਬੀ ਆਨਸਰ। ਪਹਿਲਾ ਗਲਤ ਹੈ ਕਿਉਂਕਿ ਲਾਰਡ ਬੇਵਲ ਵਾਇਸਰਾਏ ਸਨ ਜਦੋਂ ਜੂਨ 1945 ਵਿੱਚ ਸ਼ਿਮਲਾ ਕਾਨਫਰੰਸ ਹੋਈ ਸੀ। ਉਸ ਵੇਲੇ ਕੌਣ ਸੀ ਵਾਇਸਰਾਏ? ਲਾਰਡ ਬੇਵਲ। Consider the following statements. ਕੁਝ ਸਟੇਟਮੈਂਟਾਂ ਦਿੱਤੀਆਂ। In the first round table conference, Dr. Ambedkar demanded separate electors for the depressed classes. ਗੱਲ ਸਹੀ ਹੈ ਜੀ। ਪਹਿਲੀ ਗੋਲਮੇਜ ਕਾਨਫਰੰਸ ਵਿੱਚ ਡਾਕਟਰ ਅੰਬੇਦਕਰ ਨੇ ਡਿਪਰੈਸਡ ਕਲਾਸਿਸ ਲਈ ਸੈਪਰੇਟ ਇਲੈਕਟੋਰ ਦੀ ਮੰਗ ਕੀਤੀ ਸੀ। ਇਹ ਗੱਲ ਸਹੀ ਹੈ। In the Pune Pact, ਪੈਕਟ ਆ ਜੀ ਇਹ, ਐਕਟ ਨਹੀਂ ਪੈਕਟ ਆ। Special provisions for representation of the depressed classes in the local bodies and civil services were made. नहीं, special provisions for representation ਜਾਂ ਆਪਾਂ ਕਹਿ ਦਈਏ ਕਿ
ਡਿਪਰੈਸਡ ਕਲਾਸਿਸ ਨੂੰ ਰਿਜ਼ਰਵੇਸ਼ਨ ਦੀ ਪ੍ਰੋਵੀਜ਼ਨ ਦਿੱਤੀ ਗਈ ਸੀ ਪ੍ਰੋਵਿੰਸ਼ੀਅਲ ਤੇ ਸੈਂਟਰਲ ਲੈਜਿਸਲੇਚਰ ਵਿੱਚ। ਲੋਕਲ ਬੋਡੀ ਜਾਂ ਸਿਵਲ ਸਰਵਿਸ ਨਹੀਂ, ਜਿੱਥੇ ਬੰਦੇ ਇਲੈਕਟ ਹੋ ਕੇ ਆਉਂਦੇ ਆ ਨਾ ਸਟੇਟ ਲੈਵਲ ਤੇ, ਪ੍ਰੋਵਿੰਸ ਲੈਵਲ ਤੇ ਸੈਂਟਰਲ ਲੈਵਲ ਤੇ। ਸਿੰਪਲੀ ਕਹਿ ਲਈਏ ਅੱਜ ਦੇ ਟਾਈਮ ਤੇ MP ਤੇ MLA ਵਿੱਚ ਇਹਨਾਂ ਨੂੰ ਕੀ ਆ ਰਿਜ਼ਰਵੇਸ਼ਨ ਦਿੱਤੀ ਗਈ ਸੀ। ਆ ਹੋ ਗਿਆ ਫਿਰ ਗਲਤ ਜੀ, ਦੂਜਾ ਗਲਤ ਹੈ ਜੀ, ਦੂਜਾ ਗਲਤ ਆਨਸਰ ਆ ਗਿਆ ਜੀ ਸੀ। ਪਹਿਲਾ ਤੇ ਤੀਜਾ ਸਹੀ ਆ। The Indian National Congress did not take part in the third round table conference। ਇਹ ਗੱਲ ਸਹੀ ਹੈ ਜੀ। ਕਾਂਗਰਸ ਨੇ ਜਿਹੜੇ 3 ਕਾਨਫਰੰਸਾਂ ਹੋਈਆਂ ਸੀ ਰਾਉਂਡ ਟੇਬਲ ਕਾਨਫਰੰਸਸ, ਉਹਨਾਂ ਵਿੱਚੋਂ ਪਹਿਲੇ ਤੇ ਤੀਜੇ ਵਿੱਚ ਪਾਰਟਿਸਿਪੇਟ ਨਹੀਂ ਕੀਤਾ ਸੀ। ਅੱਗੇ ਦੇਖੋ, which party was founded by Subhash Chandra Bose in the year 1939 after he broke away from the Congress। ਕਾਂਗਰਸ ਤੋਂ ਅਲੱਗ ਹੋ ਕੇ ਸੁਭਾਸ਼ ਚੰਦਰ ਬੋਸ ਨੇ 1939 ਵਿੱਚ ਕਿਹੜੀ ਪਾਰਟੀ ਬਣਾਈ ਸੀ? ਇਹ ਸੀ ਜੀ ਫਾਰਵਰਡ ਬਲਾਕ। ਕੰਸੀਡਰ ਦਾ ਫੋਲੋਇੰਗ ਸਟੇਟਮੈਂਟਸ। ਕੁਝ ਸਟੇਟਮੈਂਟਾਂ ਦਿੱਤੀਆਂ ਜੀ, ਆਪਾਂ ਦੇਖਣਾ ਸਹੀ ਕਿਹੜੀਆਂ। ਦ ਗਵਰਨਮੈਂਟ ਆਫ ਇੰਡੀਆ ਐਕਟ ਆਫ 1935 ਪ੍ਰੋਵਾਈਡਡ ਫॉर। 1935 ਵਾਲੀ ਐਕਟ ਵਿੱਚ ਕੀ ਗੱਲਾਂ ਕਹੀਆਂ ਗਈਆਂ ਸੀ? ਪ੍ਰੋਵਿੰਸ਼ੀਅਲ ਆਟੋਨਮੀ, ਗੱਲ ਸਹੀ ਹੈ ਜੀ। ਪਹਿਲਾਂ ਪ੍ਰੋਵਿੰਸ ਲੈਵਲ ਤੇ ਡਾਇਆਰਕੀ ਸੀ, ਇਸ ਐਕਟ ਨੇ ਪ੍ਰੋਵਿੰਸ ਲੈਵਲ ਤੇ ਡਾਇਆਰਕੀ ਹਟਾ ਕੇ ਪ੍ਰੋਵਿੰਸ਼ੀਅਲ ਆਟੋਨਮੀ ਲਿਆਂਦੀ। ਠੀਕ ਹੈ ਜੀ। ਦ ਐਸਟੈਬਲਿਸ਼ਮੈਂਟ ਆਫ ਫੈਡਰਲ ਕੋਰਟ, ਇਹ ਗੱਲ ਸਹੀ ਆ, ਕਿਉਂਕਿ ਇਸ ਐਕਟ ਵਿੱਚ ਆਲ ਇੰਡੀਆ ਫੈਡਰੇਸ਼ਨ ਦੀ ਗੱਲ ਕੀਤੀ ਸੀ ਤਾਂ ਫੈਡਰਲ ਯੂਨਿਟ ਦੇ ਆਪਸੀ ਝਗੜਿਆਂ ਨੂੰ ਨਿਪਟਾਉਣ ਲਈ ਇੱਕ ਫੈਡਰਲ ਕੋਰਟ ਦੀ ਗੱਲ ਵੀ ਹੋਈ ਸੀ। ਠੀਕ ਹੈ ਜੀ। ਆਲ ਇੰਡੀਆ ਫੈਡਰੇਸ਼ਨ ਐਟ ਦਾ ਸੈਂਟਰ, ਇਹ ਵੀ ਗੱਲ ਸਹੀ ਆ। ਆਨਸਰ ਹੈ ਜੀ ਡੀ, ਸਾਰੇ ਦੇ ਸਾਰੇ ਸਹੀ। ਅੰਡਰ ਹੂਜ਼ ਪ੍ਰੈਜ਼ੀਡੈਂਸੀ ਵਾਜ਼ ਦਾ ਲਾਹੌਰ ਸੈਸ਼ਨ। ਦੱਸੋ ਜਦੋਂ ਲਾਹੌਰ ਸੈਸ਼ਨ ਹੋਇਆ ਸੀ ਉਸ ਵੇਲੇ ਕਾਂਗਰਸ ਦਾ ਪ੍ਰੈਜ਼ੀਡੈਂਟ ਕੌਣ ਸੀ? ਆਫ ਦਾ ਇੰਡੀਅਨ ਨੈਸ਼ਨਲ ਕਾਂਗਰਸ held in the year 1929 wherein a resolution was adopted to gain complete independence from the British। ਦੱਸੋ ਜੀ ਲਾਹੌਰ ਸੈਸ਼ਨ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਦਾ ਪ੍ਰੈਜ਼ੀਡੈਂਟ ਕੌਣ ਸੀ? ਇਹ ਸੈਸ਼ਨ ਹੋਇਆ ਸੀ 1929 ਨੂੰ, ਤੇ ਜਿਸ ਵਿੱਚ ਇਹ ਰੈਜ਼ੋਲੂਸ਼ਨ ਅਡਾਪਟ ਕੀਤਾ ਗਿਆ ਕਿ ਅਸੀਂ ਬ੍ਰਿਟਿਸ਼ ਤੋਂ ਕੰਪਲੀਟ ਇੰਡੀਪੈਂਡੈਂਸ ਲਵਾਂਗੇ। ਇਹ ਸੀ ਜੀ ਜਵਾਹਰ ਲਾਲ ਨਹਿਰੂ। ਇਹ ਕੁਐਸਚਨ ਫਿਰ ਰਿਪੀਟ ਹੋ ਗਿਆ। ਠੀਕ ਹੈ ਜੀ। ਅੱਜ ਲਈ ਨਹੀਂ ਰੱਖਦੇ ਹਾਂ, ਬਾਕੀ ਨੈਕਸਟ ਕਲਾਸ ਵਿੱਚ ਕਰਾਂਗੇ ਜੀ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ।